ਕੀ ਨਾਮ ਬੇਟੇ ਤੁਹਾਡਾ? ਪ੍ਰਿਆ ਪਰਮੇਸ਼ਵਰੀ। ਪ੍ਰਿਆ ਜੀ, ਜਦੋਂ ਯੂਕਰੇਨ ਵਿੱਚ ਇਹ ਹਾਲਾਤ ਹੋਏ ਆ, ਤੁਸੀਂ ਉਸ ਵੇਲੇ ਕਿੱਥੇ ਸੀਗੇ ਤੇ ਕੀ ਕਰ ਰਹੇ ਸੀ ਉਸ ਟਾਈਮ ਤੇ? ਉਸ ਵੇਲੇ ਅਸੀਂ ਆਪਣੇ ਹੋਸਟਲ ਵਿੱਚ ਸੀਗੇ ਤੇ ਬੇਸਿਕਲੀ ਉਸ ਟਾਈਮ ਮਾਰਨਿੰਗ ਦਾ ਟਾਈਮ ਸੀ, अर्ਲੀ ਟਾਈਮ ਸੀ, ਸਾਰੇ ਸੁੱਤੇ ਪਏ ਸੀਗੇ ਤੇ ਸਾਨੂੰ ਨਹੀਂ ਸੀ ਪਤਾ ਇਹ ਸਿਚੁਏਸ਼ਨ ਦਾ। ਬਟ ਸਾਨੂੰ ਮਾਰਨਿੰਗ ਕਾਲ ਆਈ ਕਿ ਸਿਚੁਏਸ਼ਨ ਸਹੀ ਨਹੀਂ ਆ, ਵਾਰ ਸਟਾਰਟ ਹੋ ਗਈ ਆ ਬਾਰਡਰ ਸਾਈਡ ਤੇ, ਸੋ ਤੁਸੀਂ ਆਪਣਾ ਜੋ ਵੀ ਹੈ ਪ੍ਰਿਪੇਅਰ ਕਰ ਲਓ, ਆਪਣਾ ਸਾਰਾ ਕੁਝ ਡਾਕੂਮੈਂਟਸ ਵਗੈਰਾ ਕਿ ਕਿਸੇ ਵੀ ਟਾਈਮ ਤੇ ਆਪਾਂ ਤੁਹਾਨੂੰ ਕਹਿ ਸਕਦੇ ਆ ਕਿ ਤੁਸੀਂ ਇਵੈਕੂਏਟ ਕਰ ਸਕਦੇ ਆ ਤੁਹਾਨੂੰ। ਯੂਕਰੇਨ ਦੀ ਕਿਹੜੀ ਸਿਟੀ ਵਿੱਚ ਰਹਿ ਰਹੇ ਸੀ ਤੁਸੀਂ? ਚਰਨਿਵਿਚ ਸੀ। ਕਿਹੜੇ? ਚਰਨਿਵਿਚ ਸੀ। ਚਰਨਿਵਿਚ ਸੀ। ਉਹਦੇ ਤੋਂ ਬਾਰਡਰ ਕਿੰਨੀ ਦੂਰ ਹੈ, ਜਾਂ ਜਿੱਥੇ ਵਾਰ ਸਟਾਰਟ ਹੋਈ ਹੈ ਸਭ ਤੋਂ ਪਹਿਲਾਂ ਉਹ ਕਿੰਨੀ ਕੁ ਦੂਰ ਹੈ ਉੱਥੇ? ਚਰਨਿਵਿਚ ਤੋਂ ਬਾਰਡਰ 1000 ਕਿਲੋਮੀਟਰ ਦੀ ਡਿਸਟੈਂਸ ਤੇ ਆ ਤੇ ਉਹ ਏਰੀਆ ਬੇਸਿਕਲੀ ਸੇਫ ਸੀਗਾ ਤੇ ਸਾਨੂੰ ਸਾਈਡ ਤੇ ਇਦਾਂ ਦਾ ਕੁਝ ਨਹੀਂ ਸੀਗਾ, ਅਸੀਂ ਸਾਰੇ ਸੇਫ ਸੀਗੇ ਪ੍ਰੋਪਰ ਜਿਸ ਟਾਈਮ ਤੁਸੀਂ ਉੱਥੋਂ ਚੱਲੇ ਆ। ਹਾਂਜੀ। ਤੇ ਜਦੋਂ ਬਾਰਡਰ ਤੇ ਜਾਣ ਦਾ ਜਾਂ ਉੱਥੋਂ ਇੰਡੀਆ ਆਉਣ ਦਾ ਗਵਰਨਮੈਂਟ ਵੱਲੋਂ ਕਿੱਦਾਂ ਦੀ ਤੁਹਾਨੂੰ ਰਿਸਪੌਂਸ ਮਿਲਿਆ ਉੱਥੇ? ਫਸਟ ਤਾਂ ਸਾਡੀ ਯੂਨੀਵਰਸਿਟੀ ਸਾਨੂੰ ਇਹ ਸੀਗਾ ਕਿ ਸਾਡੇ ਕੋਲ ਕਿਉਂਕਿ ਉਸ ਟਾਈਮ ਤੇ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਸਾਰੀਆਂ ਬੰਦ ਹੋ ਗਈਆਂ ਸੀ ਤੇ ਸਾਡੇ ਕੋਲ ਇੰਨਾ ਕੈਸ਼ ਵੀ ਨਹੀਂ ਸੀਗਾ ਉਸ ਟਾਈਮ ਤੇ ਅਵੇਲੇਬਲ, ਸੋ ਸਾਡੀ ਯੂਨੀਵਰਸਿਟੀ ਨੇ ਸਾਨੂੰ ਸਾਰਾ ਕੁਝ ਫ੍ਰੀ ਆਫ ਕਾਸਟ ਕਰਕੇ ਦਿੱਤਾ। ਵੈਸੇ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਪੈਸੇ ਦੀ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਆ ਤੇ ਸਾਰਾ ਕੁਝ ਬੱਸਿਸ ਵਗੈਰਾ ਸਾਰਾ ਅਵੇਲੇਬਲ ਸੀ, ਸਾਨੂੰ ਫੂਡ ਸਾਰਾ ਕੁਝ ਇੰਕਲੂਡਡ ਸੀਗਾ। ਬਾਰਡਰ ਤੱਕ ਸਾਨੂੰ ਪੂਰੀ ਸੇਫਟੀ ਨਾਲ ਪਹੁੰਚਾਇਆ ਗਿਆ, ਪੂਰੀ ਫੋਰਸ ਸੀਗੀ, ਪੁਲਿਸ ਸੀਗੀ, ਸਾਰਾ ਕੁਝ। ਦੈਨ ਫਿਰ ਬਾਰਡਰ ਕ੍ਰਾਸ ਕਰਵਾਇਆ, ਉਹ ਤੋਂ ਅੱਗੇ ਸਾਰਾ ਰੋਮੇਨੀਆ ਦੇ ਜੋ ਵੀ ਸਟਾਫ ਸੀਗੇ ਉਹਨਾਂ ਨੇ ਸਾਨੂੰ ਪੂਰੀ ਸੇਫਟੀ ਨਾਲ ਏਅਰਪੋਰਟ ਤੱਕ ਪਹੁੰਚਾਇਆ। ਬਟ ਜਿੱਦਾਂ ਕਈ ਬੱਚੇ ਦੱਸ ਰਹੇ ਕਿ ਬੜੀ ਡਿਫਿਕਲਟੀ ਆ ਰਹੀ ਆ, ਬਾਰਡਰ ਤੱਕ ਵੀ ਪੈਦਲ ਜਾਣਾ ਪੈ ਰਿਹਾ, ਕੁਛ ਇਦਾਂ ਦਾ ਵੀ ਸਿਚੁਏਸ਼ਨ ਹੋਈ ਸੀ ਤੁਹਾਡੇ ਨਾਲ? ਉਹ ਸਿਚੁਏਸ਼ਨ ਉਦੋਂ ਆਈ ਜਦੋਂ ਯੂਕਰੇਨੀਅਨ ਜਿਹੜੇ ਉੱਥੇ ਦੇ ਸਿਟੀਜ਼ਨ ਸੀਗੇ ਉਹ ਖੁਦ ਮਤਲਬ ਕਿ ਉਹ ਆਪਣੀ ਸਿਟੀ ਛੱਡ ਕੇ ਦੂਸਰੇ ਕੰਟਰੀਜ਼ ਜਾ ਰਹੇ ਸੀਗੇ। ਉਸ ਕਰਕੇ ਜੋ ਬਾਰਡਰ ਸੀਗਾ ਉਹ ਬਲੌਕ ਹੋ ਚੁੱਕਾ ਸੀਗਾ ਕਾਫੀ ਰਸਤਾ, ਤੇ ਫਿਰ ਕਾਫੀ ਜ਼ਿਆਦਾ ਭੀੜ ਕਰਕੇ ਫਿਰ ਉਹ ਪਿੱਛੋਂ ਹੀ ਸਾਰਿਆਂ ਨੂੰ ਉਤਰਨਾ ਪੈ ਰਿਹਾ ਸੀਗਾ। ਤੇ ਜੇ ਆਪਾਂ ਗੱਲ ਕਰੀਏ, ਤੁਸੀਂ ਫਲਾਈਟ ਵਿੱਚ ਜਦੋਂ ਆਏ ਆ, ਤੁਹਾਨੂੰ ਇੰਡੀਅਨ ਗਵਰਨਮੈਂਟ ਨੇ ਜਾਂ ਇੱਥੇ ਦੇ ਕੋਈ ਆਫੀਸਰਸ ਨੇ ਕੰਟੈਕਟ ਕੀਤਾ ਤੁਹਾਡੇ ਮਦਰ ਫਾਦਰ ਨਾਲ? ਬਾਕੀ ਸਟੇਟ ਵਾਈਜ਼ ਦੇਖਿਆ ਜਾਵੇ ਤਾਂ ਸਾਰਿਆਂ ਨੂੰ ਹੋਇਆ ਸੀ, ਬਟ ਇੰਡੀਅਨ ਗਵਰਨਮੈਂਟ ਨੇ ਮੇਰੀ ਹੈਲਪ ਕੀਤੀ ਆ ਉੱਥੇ ਬਹੁਤ ਜ਼ਿਆਦਾ, ਤੇ ਮੈਨੂੰ ਪੂਰੀ ਫੈਸਿਲਿਟੀਜ਼ ਮਿਲੀਆਂ ਏਅਰਪੋਰਟ ਤੇ। ਬੰਬੇ ਲੈਂਡ ਹੋਈ ਸੀ ਮੇਰੀ ਫਲਾਈਟ ਤੇ ਉਸ ਤੋਂ ਬਾਅਦ ਮੇਰੀ ਫਲਾਈਟ ਮਾਰਨਿੰਗ ਦੀ ਕਰਵਾ ਕੇ ਦਿੱਤੀ ਉਹਨਾਂ ਨੇ, ਫਰੋਮ ਮੁੰਬਈ ਟੂ ਦਿੱਲੀ ਐਂਡ ਦਿੱਲੀ ਟੂ ਚੰਡੀਗੜ੍ਹ। ਫਿਰ ਰਾਤ ਲਈ ਉਹਨਾਂ ਨੇ ਮੈਨੂੰ ਸਪੈਸ਼ਲ ਹੋਟਲ, ਉਹਨਾਂ ਨੇ ਹੋਟਲ 'ਚ ਰੂਮ ਦਿੱਤਾ, ਉਹਨਾਂ ਨੇ ਸਾਰੀ ਫੈਸਿਲਿਟੀਜ਼ ਦਿੱਤੀਆਂ ਤੇ ਜਦ ਤੱਕ ਬੋਰਡਿੰਗ ਨਹੀਂ ਹੋਈ ਉਦੋਂ ਤੱਕ ਉਹਨਾਂ ਨੇ ਪੂਰਾ ਸਟਾਫ ਨੇ ਸਾਡਾ ਬਹੁਤ ਧਿਆਨ ਰੱਖਿਆ। ਯੂਕਰੇਨ ਦੀ ਜੇ ਆਪਾਂ ਗੱਲ ਕਰੀਏ, ਯੂਕਰੇਨ ਦੇ ਵਿੱਚ ਜਦੋਂ ਵਾਰ ਸਟਾਰਟ ਹੋਈ ਆ, ਤੁਹਾਨੂੰ ਡੇ 1 ਤੋਂ ਹੀ ਕਾਲਜ ਵਾਲਿਆਂ ਨੇ ਕਹਿ ਦਿੱਤਾ ਸੀ ਜਾਂ ਕੁਝ ਦਿਨ ਬਾਅਦ ਕਿਹਾ ਉੱਥੋਂ? ਵੈਸੇ ਤਾਂ ਉਹਨਾਂ ਨੇ ਜਦੋਂ ਤੋਂ ਉਹਨਾਂ ਨੂੰ ਪਹਿਲਾਂ ਤਾਂ ਇੱਦਾਂ ਸੀਗਾ ਕਿ ਉੱਥੇ ਇੱਦਾਂ ਦੇ ਹਾਲਾਤ ਚੱਲਦੇ ਹੀ ਰਹਿੰਦੇ ਆ, ਕੌਨਫਲਿਕਟਸ ਚੱਲਦੇ ਹੀ ਰਹਿੰਦੇ ਆ, ਜਿੱਦਾਂ ਆਪਣਾ ਇੰਡੀਆ ਪਾਕਿਸਤਾਨ ਦਾ ਕ੍ਰਾਈਸਿਸ ਹੋ ਗਿਆ ਵੈਸੇ ਹੀ ਯੂਕਰੇਨ ਤੇ ਰਸ਼ੀਆ ਦੇ ਕ੍ਰਾਈਸਿਸ ਚੱਲਦੇ ਹੀ ਰਹਿੰਦੇ ਆ। ਤੇ ਉਹ ਕਹਿੰਦੇ ਸੀ ਇੰਨਾ ਡਰਨ ਦੀ ਲੋੜ ਨਹੀਂ ਆ, ਆਪਾਂ ਵੈਸੇ ਵੀ ਬਹੁਤ ਦੂਰ ਆ, ਬਟ ਜਦੋਂ ਵੀ ਇੱਦਾਂ ਦਾ ਕੁਝ ਹੋਊਗਾ ਤਾਂ ਆਪਾਂ ਤੁਹਾਨੂੰ ਸੇਫਲੀ ਆਪਾਂ ਤੁਹਾਨੂੰ ਤੁਹਾਡੇ ਘਰ ਪਹੁੰਚਾਵਾਂਗੇ। ਕਿਹੜੀ ਯੂਨੀਵਰਸਿਟੀ ਵਿੱਚ ਉੱਥੇ ਤੁਸੀਂ ਸਟੱਡੀ ਕਰਦੇ ਹੋ ਔਰ ਕਿੰਨੇ ਸਾਲ ਹੋ ਗਏ ਤੁਹਾਨੂੰ ਉੱਥੇ ਗਏ? ਬੋਕੋਵਿਨ ਸਟੇਟ ਮੈਡੀਕਲ ਯੂਨੀਵਰਸਿਟੀ ਚਰਨਿਵਿਚ ਦੇ ਵਿੱਚ ਆ, ਸੈਕੰਡ ਈਅਰ। ਤੇ ਹੁਣ ਤੁਹਾਡੇ ਉੱਥੋਂ ਜਿੰਨੇ ਤੁਹਾਡੇ ਕੋਲੀਗ ਜਾਂ ਹੋਸਟਲ ਵਿੱਚ ਰਹਿੰਦੇ ਸੀ, ਉਹ ਬੱਚੇ ਉੱਥੋਂ ਵਾਪਸ ਆ ਚੁੱਕੇ ਆ ਜਾਂ ਕੁਝ ਹਾਲੇ ਵੀ ਉੱਥੇ ਫਸੇ ਹੋਏ ਆ? ਬੇਸਿਕਲੀ ਸਾਰੇ ਬੱਚੇ ਆ ਚੁੱਕੇ ਆ, ਜੇ ਥੋੜੇ ਬਹੁਤੇ ਰਹਿੰਦੇ ਆ ਉਹ ਵੀ ਬਾਰਡਰ ਕ੍ਰਾਸ ਕਰ ਚੁੱਕੇ ਆ। ਇੰਡੀਅਨ ਗਵਰਨਮੈਂਟ ਨੇ ਜਿਹੜਾ ਤੁਹਾਨੂੰ ਰਿਸਪੌਂਸ ਦਿੱਤਾ, ਉਹਦੇ ਲਈ ਕੁਝ ਕਹਿਣਾ ਚਾਹੋਗੇ ਤੁਸੀਂ ਇੰਡੀਅਨ ਗਵਰਨਮੈਂਟ ਨੂੰ? ਇੰਡੀਆ ਗਵਰਨਮੈਂਟ ਤੋਂ ਸਾਨੂੰ ਉਮੀਦ ਸੀਗੀ ਕਿ ਉਹ ਮਤਲਬ ਕਿ ਸਪੋਰਟ ਕਰਨਗੇ, ਪਰ ਉਹਨਾਂ ਨੇ ਕੀਤਾ ਵੀ ਆ। ਮੇ ਬੀ ਇੰਡੀਅਨ ਗਵਰਨਮੈਂਟ ਫਰਸਟ ਸੀ ਜਿਨ੍ਹਾਂ ਨੇ ਆਪਣੇ ਸਾਰੇ ਸਟੂਡੈਂਟਸ ਇਵੈਕੂਏਟ ਕੀਤੇ ਆ ਉੱਥੋਂ। ਜਦੋਂ ਪਹਿਲੀ ਵਾਰ ਮੈਨੂੰ ਪਤਾ ਲੱਗਿਆ ਕਿ ਯੂਕਰੇਨ ਦੇ ਵਿੱਚ ਕਾਫੀ ਹਾਲਾਤ ਖਰਾਬ ਹੋ ਗਏ ਨੇ, ਤੇ ਫਿਰ ਮੈਂ ਜਿਹੜੇ ਏਜੰਟਸ ਨੇ ਜਿਨ੍ਹਾਂ ਦੇ ਥਰੂ ਮੈਂ ਆਪਣੀ ਬੇਟੀ ਨੂੰ ਭੇਜਿਆ, ਮੈਂ ਉਹਨਾਂ ਨਾਲ ਕੰਸਲਟ ਕੀਤਾ ਔਰ ਉਹਨਾਂ ਨੇ ਮੈਨੂੰ ਇਹੀ ਭਰੋਸਾ ਦਿੱਤਾ ਕਿ ਡਾਕਟਰ ਸਾਹਿਬ ਐਡੀ ਕੋਈ ਡਰਨ ਵਾਲੀ ਗੱਲ ਨਹੀਂ ਹੈ, ਕਿ ਜਿਸ ਤਰ੍ਹਾਂ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਥੋੜ੍ਹਾ ਬਹੁਤਾ ਜੋ ਚੱਲਦਾ ਰਹਿੰਦਾ, ਇੰਨਾ ਕੁ ਉੱਥੇ ਚੱਲਦਾ, ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਲੇਕਿਨ ਮੈਨੂੰ ਉਸ ਟਾਈਮ ਜ਼ਿਆਦਾ ਟੈਨਸ਼ਨ ਜ਼ਿਆਦਾ ਹੋ ਗਈ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਜਿਹੜਾ ਯੁੱਧ ਆ ਇਹ ਮੇਰੇ ਬੱਚਿਆਂ ਲਈ ਕਾਫੀ ਖਤਰਨਾਕ ਹੋ ਰਿਹਾ। ਔਰ ਮੈਂ
फिर अपनी बेटी नाल गल कीती तो बेटी ने मैंने समझाया कि पापा इन्नी डरने वाली गल नहीं है, लेकिन फिर भी काफ़ी बच्चे उत्थों मूव कर गए ने, तो मैं और कुछ 3-4 असीं बच्चे रह गए हैं कि थोड़ी प्रॉब्लम आ रही है भी कोशिश करो सानू भी इंडिया लै आओ। फिर मैं एक फ्लैट मैनू एमरजेंसी मिली कतरा एयरवेज की, और फ्लैट 26 तरीक की मैनू मिली, वो बंबे उतों यूक्रेन का जी राजधानी आ उतों बंबे की मिली, बंबे टू मैं सीधी डायरैक्ट चंडीगढ़ की करवाई। लेकिन दुख की गल उदों फील हुई मैनू कि जिस दिन मेरी बेटी ने 26 ਨੂੰ चढ़ना सी, वो 25 ਨੂੰ ही उस इंटरनेशनल एयरपोर्ट के उत्ते बमबारी शुरू हो गई, और जोड़े रोड से वो बिल्कुल डैमेज करते रनवे के। उस तो बाद फिर बहुत ज़्यादा टेंशनस हो गई फैमिली मैंबर्स और मेरे लिए, क्योंकि जितों बच्चे ने चढ़ना उत्थे ही ये चीज़ हो गई, टेंशन होती है। उस तो बाद फिर जो मेरे घर का माहौल सी, एक पेरेंट्स होने के नाते वो सानू पता ही है कि बच्चा इकल्ला हो, खास तौर पर एक लड़की हो, तो वो बड़ी बड़ी प्रॉब्लम खड़ी हो जाती है। और जे आप गल करिए लोकल पंजाब गौरमेंट या इत्थे दे कोई ऑफिसर्स वालों तुहानू हैल्प मिली या इंडियन गौरमेंट वालों हैल्प मिली? नहीं, मैनू पंजाब गौरमेंट वालों कोई मैनू ऑफर नहीं आई, कोई मैनू भरोसा नहीं दवाया गया। मैनू सिर्फ इंडिया गौरमेंट बेटी ने दस्या कि पापा इंडिया गौरमेंट मेरे तो मूव कर रही है और कॉलेज मेरी पूरी सहायता कर रहा हैगा। ਇੱਥੇ ਦੇ ਕਿਸੇ ਆਫੀਸਰ ਨੇ ਤੁਹਾਡੇ ਨਾਲ ਕੋਈ ਕੰਟੈਕਟ ਨਹੀਂ ਕੀਤਾ ਵੀ ਤੁਹਾਡਾ ਬੱਚਾ ਉੱਥੇ ਆ ਜਾਂ? नहीं नहीं, किसी ने नहीं किया। जो मेरी बेटी इंडिया आ गई उस तो बाद मैंने एक ऑफिस पता नहीं DC ऑफिस कह रहा सी, लड़का कोई बोल रहा सी कि मैं पता नहीं संगरूर तो बोल रहा, आई डोंट इन माइंड इट भी कित्थों बोल रहा मैनू, मतलब जलंधर ਜ਼ਿਲ੍ਹੇ ਚੋਂ ਕੋਈ ਨਹੀਂ ਆਇਆ? डिस्ट्रिक्ट जलंधर ਦੇ ਵਿੱਚੋਂ ਕਿਸੇ ਨੇ ਹਾਲੇ ਤੱਕ ਮੈਨੂੰ ਪੁੱਛਿਆ ਨਹੀਂ ਕਿ ਡਾਕਟਰ ਸਾਹਿਬ ਤੁਹਾਡੀ ਬੇਟੀ ਠੀਕ ਹੈ ਜਾਂ ਕਿਸ ਤਰ੍ਹਾਂ ਹੈ, ਕੋਈ ਨਹੀਂ। ਇਹ ਚੀਜ਼ ਦਾ ਮੈਨੂੰ ਦੁੱਖ ਵੀ ਹੈ। मैं दिव्या बहला, मैं स्टडी करती हूँ टर्नअप नैशनल मैडिकल यूनिवर्सिटी। आई एम इन 4th ईयर एंड 24 ਦੀ ਡੇਟ ਨੂੰ ਮੇਰੀ ਆਲਰੇਡੀ ਸਕੇਡਿਊਲਡ ਫਲਾਈਟ ਸੀ 에ਅਰ ਇੰਡੀਆ ਆਉਣ ਲਈ, ਬਟ ਸਡਨਲੀ ਵਾਰ ਸਿਚੁਏਸ਼ਨ ਕ੍ਰੀਏਟ ਹੋ ਗਈ ਤੇ ਮੈਂ ਉੱਥੇ ਸਟਕ ਹੋ ਗਈ। ਉੱਥੇ ਹੁਣ ਸਟਕ ਹੋਣ ਤੋਂ ਬਾਅਦ ਸਾਡੇ ਕੋਲ ਸਿਰਫ ਐਮਬੈਸੀ ਦਾ ਹੀ ਹੋਪ ਸੀਗਾ, ਸੋ ਅਸੀਂ ਐਮਬੈਸੀ ਨੂੰ ਅਪਰੋਚ ਕਰਦੇ ਰਹੇ ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਆਪਣੇ ਐਮਬੈਸੀ ਆਫਿਸ ਤੱਕ ਤੁਸੀਂ ਜਿੱਦਾਂ ਮਰਜ਼ੀ ਅਰੇਂਜ ਕਰਕੇ ਆਓ, ਅੱਗੇ ਅਸੀਂ ਤੁਹਾਨੂੰ ਸ਼ੈਲਟਰ ਦਵਾਂਗੇ। ਫਿਰ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਸਾਨੂੰ ਇੱਕ ਪ੍ਰਾਇਮਰੀ ਸਕੂਲ ਸੀ ਨੈਕਸਟ ਟੂ ਐਮਬੈਸੀ, ਉੱਥੇ ਸਾਨੂੰ ਉਹਨਾਂ ਨੇ ਸ਼ੈਲਟਰ ਦਿੱਤਾ। ਉੱਥੇ ਅਸੀਂ ਅਗਲੇ 4 ਦਿਨ ਗੁਜ਼ਾਰੇ। ਹਾਂਜੀ, ਡੈਫੀਨੇਟਲੀ ਫੂਡ ਕ੍ਰਾਈਸਿਸ ਸੀ, ਹਾਈਜੀਨ ਕ੍ਰਾਈਸਿਸ ਸੀ, ਹੋਰ ਵੀ ਬਹੁਤ ਸਾਰੇ ਇਸ਼ੂਜ਼ ਸੀਗੇ। ਬਾਹਰ ਕਰਫਿਊ ਲੱਗਿਆ ਹੋਇਆ ਸੀ, ਬਟ ਐਨੀ ਹਾਓ ਦਿਨ 'ਚ ਇੱਕ ਟਾਈਮ ਦਾ ਖਾਣਾ ਜਿੱਦਾਂ ਮਰਜ਼ੀ ਉਹਨਾਂ ਨੇ ਮੈਨੇਜ ਕਰਕੇ ਦਿੱਤਾ, ਜਾਂ ਕੁਛ ਵੀ ਥੋੜ੍ਹੀ ਬਹੁਤ ਨੈਸੈਸਰੀ ਚੀਜ਼ਾਂ ਸਾਨੂੰ ਪ੍ਰੋਵਾਈਡ ਕੀਤੀਆਂ। ਉਹਨਾਂ 4 ਦਿਨਾਂ ਦੇ ਵਿੱਚ ਅਸੀਂ ਇਹੀ ਉਮੀਦ ਕਰ ਰਹੇ ਸੀ ਕਿ ਗਵਰਨਮੈਂਟ ਸਾਨੂੰ ਕੋਈ ਨਾ ਕੋਈ ਜ਼ਰੀਆ ਇੱਥੋਂ ਲੱਭੇਗੀ, ਸਾਨੂੰ ਇੱਥੋਂ ਇਵੈਕੂਏਟ ਕਰਨ ਲਈ, ਕੁਝ ਟਰਾਂਸਪੋਰਟੇਸ਼ਨ ਜਾਂ ਕੁਝ ਫਲਾਈਟਸ ਅਰੇਂਜ ਕਰੇਗੀ ਸਾਨੂੰ ਉੱਥੋਂ ਉਸ ਵਾਰ ਜ਼ੋਨ ਦੇ ਵਿੱਚੋਂ ਨਿਕਾਲਣ ਲਈ। ਬਟ ਐਨੀ ਹਾਓ ਉਹ ਕੋਈ ਇੱਦਾਂ ਦਾ ਸਾਨੂੰ ਰਿਸਪੌਂਸ ਨਹੀਂ ਮਿਲ ਪਾਇਆ, ਅਤੇ ਉਹਨਾਂ ਦੀ ਇੱਕੋ ਹੀ ਉਹਨਾਂ ਦੀ ਐਡਵਾਈਸ ਸੀ, ਜਾਂ ਉਹਨਾਂ ਦੀ ਇੱਕੋ ਹੀ ਸਾਨੂੰ ਉਹਨਾਂ ਨੇ ਕੀਤਾ ਸੀ ਕਿ ਟਰਾਈ ਟੂ ਸੇਫ ਯੋਰ ਸੈਲਫ ਫਰਮ ਹੇਅਰ, ਇੱਥੋਂ ਨਿਕਲੋ, ਆਪਣੇ ਸੈਲਫ ਐਫਰਟਸ ਕਰੋ ਅਤੇ ਵੈਸਟ ਵੱਲ ਨੂੰ ਜਾਓ। ਅਸੀਂ ਤੁਹਾਡੇ ਲਈ ਹਜੇ ਕੋਈ ਟਰਾਂਸਪੋਰਟੇਸ਼ਨ ਉਸ ਕਰੰਟ ਸਿਚੁਏਸ਼ਨ 'ਚ, ਉਸ ਕਰੰਟ ਲੋਕੇਸ਼ਨ 'ਚ ਹਜੇ ਨਹੀਂ ਪ੍ਰੋਵਾਈਡ ਕਰ ਸਕਦੇ, ਸਾਡੇ ਕੋਲ ਮੀਡੀਅਮਸ ਨਹੀਂ ਹੈਗੇ, ਐਂਡ ਟਰਾਈ ਟੂ ਸੇਵ ਯੋਰ ਸੈਲਫ ਫਰਮ ਹੇਅਰ। ਫਿਰ ਉਸ ਚੀਜ਼ ਤੋਂ ਬਾਅਦ ਅਸੀਂ ਆਪਣੇ ਫੈਮਿਲੀ ਨਾਲ ਵੀ ਕੰਸਲਟ ਕੀਤਾ, ਘਰਦਿਆਂ ਦੇ ਵੀ ਸਪੋਰਟ ਤੋਂ ਬਾਅਦ, ਫੈਮਿਲੀ ਦੀ ਸਪੋਰਟ ਤੋਂ ਬਾਅਦ, ਉਹਨਾਂ ਦੇ ਗ੍ਰੀਨ ਸਿਗਨਲ ਮਿਲਣ ਤੋਂ ਬਾਅਦ ਅਸੀਂ ਉੱਥੋਂ ਇਵੈਕੂਏਸ਼ਨ ਟ੍ਰੇਨਸ 'ਚ ਕੈਚ ਕੀਤੀਆਂ, ਐਂਡ ਉੱਥੋਂ ਅਸੀਂ ਸੇਫ ਏਰੀਆਜ਼ ਵੈਸਟ ਵੱਲ ਨੂੰ ਅਸੀਂ ਅਪਰੋਚ ਕੀਤਾ ਅਤੇ ਵੈਸਟ ਦੀ ਸਿਟੀਜ਼ 'ਚ ਆਏ। ਵੈਸਟ 'ਚ ਮੈਂ ਟਰਨੋਪਿਲ ਦੀ ਟ੍ਰੇਨ ਫੜੀ ਸੀ, ਮੈਂ ਟਰਨੋਪਿਲ ਆ ਕੇ ਸਟਾਪ ਲਿਆ। ਉੱਥੇ ਮੇਰੇ ਆਲਰੇਡੀ ਕੁਝ ਗਰੁੱਪਮੇਟ ਸੀ, ਦੇ ਵਰ ਆਲਰੇਡੀ ਪਲੈਨਿੰਗ ਟੂ ਗੋ ਟੂ ਸਲੋਵਾਕੀਅਨ ਬਾਰਡਰ। ਉਹਨਾਂ ਨਾਲ ਮੈਂ ਕੰਸਲਟ ਕੀਤਾ, ਡਿਸਕਸ ਕੀਤਾ ਪੂਰੀ ਸਿਚੁਏਸ਼ਨ ਨੂੰ, ਐਂਡ ਦੈਨ ਉਸ ਤੋਂ ਬਾਅਦ ਅਸੀਂ ਸਲੋਵਾਕੀਆ ਬਾਰਡਰ ਵੱਲ ਨੂੰ ਅਪਰੋਚ ਕੀਤਾ। ਖੁਦ ਟਰਾਂਸਪੋਰਟੇਸ਼ਨ ਮੈਨੇਜ ਕਰਕੇ ਅਸੀਂ ਗਏ ਹਾਂ। ਪਰ ਗੁੱਡ ਫੈਕਟ ਸਲੋਵਾਕੀਆ ਬਾਰਡਰ 'ਤੇ ਇੰਨਾ ਰਸ਼ ਨਹੀਂ ਸੀ ਹੈਗਾ, ਉੱਥੇ ਕਾਫੀ ਈਜ਼ੀ ਸਾਡੀ ਪ੍ਰੋਸੈਸਿੰਗ ਹੋ ਗਈ। ਅਤੇ ਉੱਥੇ ਇੰਡੀਅਨ ਐਂਬੈਸੀ ਦੇ ਵੀ ਜਿਹੜੇ ਲੋਕ ਸੀ ਉੱਥੇ ਪ੍ਰੈਜ਼ੈਂਟ ਸੀ, ਉਹਨਾਂ ਦੇ ਆਪਣੇ ਕੈਂਪ ਸੀ ਜਿੱਥੇ ਉਹਨਾਂ ਨੇ ਸਾਨੂੰ ਇਕੱਠਿਆਂ ਕੀਤਾ, ਐਂਡ ਦੈਨ ਉਹਨਾਂ ਨੇ ਬੱਸਿਸ ਅਰੇਂਜ ਕੀਤੀਆਂ, ਸਾਨੂੰ ਪ੍ਰੋਪਰ ਅਕੋਮੋਡੇਸ਼ਨ 'ਚ ਰੱਖਿਆ। ਅਤੇ ਬਸ ਉਸ ਤੋਂ ਬਾਅਦ ਮੇਰੇ ਪੇਰੈਂਟਸ ਕੌਂਸਟੈਂਟ ਕੰਟੈਕਟ ਸੀਗੇ ਇੰਡੀਅਨ ਗਵਰਨਮੈਂਟ ਅਫੀਸ਼ੀਅਲਸ ਦੇ ਨਾਲ, ਅਤੇ ਉਸ ਤੋਂ ਬਾਅਦ ਯੈਸ ਡੈਫੀਨੇਟਲੀ ਉਸ ਚੀਜ਼ ਦਾ ਬੈਨੀਫਿਟ ਹੋਇਆ, ਅਤੇ ਨੈਕਸਟ ਪੋਸੀਬਲ ਫਲਾਈਟ 'ਚ ਮੇਰਾ ਨਾਮ ਸੀ ਅਤੇ ਮੈਂ ਉਹ ਕੈਚ ਕਰਕੇ ਫਿਰ ਘਰ ਆ ਗਈ। ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਜਿਹੜੇ ਬੱਚੇ ਕਹਿੰਦੇ ਇੰਡੀਅਨ ਐਮਬੈਸੀ ਨੇ ਪੂਰੀ ਤਰ੍ਹਾਂ ਮਦਦ ਨਹੀਂ ਕੀਤੀ ਹੈਗੀ ਜੀ, ਕਿਉਂਕਿ ਕ੍ਰਾਈਸਿਸ ਸਿਰਫ ਪੂਰੇ ਕੰਟਰੀ 'ਚ ਹੈ,
ਤੇ ਉਹ ਉਹਨਾਂ ਦੇ ਲੋਕਲ ਲੋਕਾਂ ਵਾਸਤੇ ਵੀ ਨਹੀਂ, ਹਰ ਕਿਸੇ ਵਾਸਤੇ ਉਹ ਸਟਰਗਲਿੰਗ ਸਿਚੁਏਸ਼ਨ ਹੈ। ਮੇ ਬੀ ਉਸ ਸਿਚੁਏਸ਼ਨ ਕਰਕੇ ਜੋ ਐਕਚੁਅਲ ਵਾਰ ਜ਼ੋਨ ਹੈ ਉੱਥੇ ਸਾਨੂੰ ਕੋਈ ਟਰਾਂਸਪੋਰਟੇਸ਼ਨ ਜਾਂ ਕੋਈ ਹੈਲਪ ਨਹੀਂ ਪ੍ਰੋਵਾਈਡ ਕੀਤੀ ਗਈ। ਆਈ ਐਗਰੀ, ਬਟ ਜੋ ਵੀ ਉਹਨਾਂ ਕੋਲ ਹੋ ਸਕਦਾ ਹੈ ਬਾਰਡਰ ਏਰੀਆਜ਼ ਤੇ ਪੂਰੀ ਇਵੈਕੂਏਸ਼ਨ ਫਲਾਈਟਸ ਉਹ ਅਰੇਂਜ ਕਰ ਰਹੇ ਨੇ, ਜਾਂ ਕੁਝ ਵੀ ਜੋ ਪੋਸੀਬਲ ਐਫਰਟਸ ਨੇ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੇ ਬੱਚੇ ਜੀ ਸਟਕ ਹੈਗੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗੀ ਕਿ ਟਰਾਈ ਟੂ ਸਟੇ ਇਨ ਕੌਂਸਟੈਂਟ ਕੰਟੈਕਟ ਵਿਦ ਇੰਡੀਅਨ ਗਵਰਨਮੈਂਟ ਐਂਡ ਇੰਡੀਅਨ ਐਮਬੈਸੀ ਪੀਪਲ, ਤੇ ਆਪਣਾ ਮੋਰਲ ਹਾਈ ਰੱਖੋ, ਆਪਣੇ ਪੇਰੈਂਟਸ ਦੇ ਨਾਲ ਕੌਂਸਟੈਂਟ ਕੰਟੈਕਟ 'ਚ ਰਹੋ, ਆਪਣੇ ਵਿਲ ਪਾਵਰ ਨੂੰ ਸਟਰੋਂਗ ਰੱਖੋ, ਤੇ ਯੈਸ ਡੈਫੀਨਿਟਲੀ ਯੂ ਵਿਲ ਸੇਵ ਯੋਰਸੈਲਫ ਫਰਮ ਦੇਅਰ। ਥੈਂਕ ਯੂ। ਪੜ੍ਹਾਈ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੇ ਪੜ੍ਹਾਈ ਨਾ ਖਰਾਬ ਹੋਈ ਹੈ? ਪੜ੍ਹਾਈ ਬਹੁਤ ਵੱਡਾ ਇਸ਼ੂ ਹੈ ਸਾਨੂੰ ਖੁਦ। ਆਈ ਐਮ ਵੈਰੀ ਸਟ੍ਰੈਸਫੁਲ ਕਿ ਮੇਰਾ ਅੱਗਿਓਂ ਕਰੀਅਰ ਕਿੱਦਾਂ ਕੰਟੀਨਿਊ ਹੋਊਗਾ, ਬਟ ਲੈਟਸ ਸੀ, ਵੇਟ ਐਂਡ ਵਾਚ ਕਿ ਅਗਲੇ 15 ਦਿਨਾਂ 'ਚ ਕੀ ਹੁੰਦਾ ਹੈ। ਮੇ ਬੀ ਆਰ ਗਵਰਨਮੈਂਟਸ ਵਿਲ ਕਮ ਅਪ ਵਿਦ ਦ ਬੈਸਟ ਸੋਲਿਊਸ਼ਨਸ।